ਸਾਡਾ ਏਕਾ ਜਿੰਦਾਬਾਦ 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 ਜਿਕਿਸਾ ਟੋਪੜੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਅੱਜ ਇੱਥੇ ਟੋਲ ਪਲਾਜ਼ਾ ਤੇ ਆਉਣ ਦੀ ਤੁਹਾਨੂੰ ਵੀ ਕੀ ਨੌਬਤ ਆ ਗਈ। ਇੱਥੇ ਟੋਲ ਪਲਾਜ਼ਾ ਤੇ ਇੱਧਰ 108 ਐਂਬੂਲੈਂਸ ਆਲੇ ਦੁਆਲੇ ਖੜੀਆਂ, ਤੁਸੀਂ ਵੀ ਇੱਥੇ ਖੜੇ ਹੋ, ਬਹੁਤ ਸਾਰੇ ਸਮਾਜ ਸੇਵੀ ਵੀ ਇੱਥੇ ਆ ਰਹੇ ਨੇ। ਹਰਿਆਣੇ ਦੇ ਵਿੱਚ ਸਰਕਾਰ ਨੇ 108 ਨੂੰ ਆਪਣੇ ਕੋਲ ਰੱਖਿਆ ਹੋਇਆ, ਤਨਖਾਹ ਵੀ 30 ਤੋਂ 35,000 ਰੁਪਈਆ ਤੇ ਪੂਰਾ ਉਹਨਾਂ ਨੂੰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ, ਰਿਟਾਇਰਮੈਂਟ ਵੀ ਦਿੱਤੀ ਜਾਂਦੀ ਆ, ਉਹਨਾਂ ਦੇ ਬੀਮੇ ਵੀ ਆ। ਤੁਸੀਂ ਹਲਕਾ ਖਡੂਰ ਸਾਹਿਬ ਤੋਂ ਆਏ ਹੋ ਨਾ, ਬਹੁਤੇ ਲੋਕ ਕਹਿਣਗੇ ਜਾਂ ਮਾਨ ਸਾਹਿਬ ਵੀ ਇਹੀ ਕਹਿੰਦੇ ਵੀ ਵਿਰੋਧੀਆਂ ਦਾ ਕੰਮ ਤਾਂ ਵਿਰੋਧ ਕਰਨਾ ਹੈ, ਉਹ ਤਾਂ ਜਾ ਕੇ ਕਿਤੇ ਪ੍ਰਦਰਸ਼ਨ ਹੁੰਦਾ ਵੀ ਉਹ ਤਾਂ ਜਾ ਕੇ ਰੋਟੀਆਂ ਹੀ ਸੇਕਦੇ ਨੇ। ਅਸੀਂ ਨਹੀਂ ਚਾਹੁੰਦੇ ਕਿ ਜ਼ਿਆਦਾ ਲੰਮਾ ਚਿਰ ਇਹ ਸੰਘਰਸ਼ ਚੱਲੇ, ਪਰ ਅਗਰ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਤੇ ਜਿੱਦਾਂ ਅੱਜ 4 ਦਿਨ ਹੋ ਗਏ ਆ, 40 ਦਿਨ ਹੋਰ ਜਾ ਸਕਦਾ ਹੈ। ਅਸੀਂ ਬਹਿਣ ਨੂੰ ਤਿਆਰ ਆ। ਕੋਈ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਜਾਂ ਕਿਸੇ ਨੂੰ ਕੋਈ ਮੁਸ਼ਕਲ ਜਾਂ ਕਿਸੇ ਦੀ ਕੋਈ ਡੈਥ ਹੁੰਦੀ ਆ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਪੰਜਾਬ ਸਰਕਾਰ ਹੋਏਗੀ। ਇਹਦੇ ਵਿੱਚ ਹੁਣ ਸਾਡਾ ਕੋਈ ਰੋਲ ਨਹੀਂ। ਹਰਿਆਣਾ ਦੇ ਵਿੱਚ ਡਬਲ ਇੰਜਨ ਸਰਕਾਰ ਆ, ਉੱਥੇ ਕਿਉਂ ਨਹੀਂ ਧਰਨੇ ਲੱਗਦੇ? ਪੰਜਾਬ ਦੇ ਵਿੱਚ ਕਿਉਂ ਧਰਨੇ ਲੱਗ ਰਹੇ? ਹਰ ਇੱਕ ਮਹਿਕਮਾ ਸੜਕ ਤੇ ਉਤਰ ਰਿਹਾ, ਕਿਉਂ ਉਤਰ ਰਿਹਾ? ਠੀਕ ਹੈ, ਇਹਦੇ ਵਿੱਚ ਕੋਈ ਕੇਂਦਰ ਦਾ ਹੱਥ ਹੀ ਨਹੀਂ। ਅਗਰ ਕੇਂਦਰ ਦੇ ਅੰਡਰ ਕਰ ਦਿਓ 108 ਤੇ ਕੱਲ੍ਹ ਨੂੰ ਹੀ ਜਿਹੜਾ ਇਹਨਾਂ ਦੀਆਂ ਮੁਸ਼ਕਲਾਂ ਸਾਰੀਆਂ ਹੱਲ ਹੋ ਜਾਣੀਆਂ। ਤੇ ਇੱਥੋਂ ਹੁਣ ਅਸਲ ਦੇ ਵਿੱਚ ਹੁਣ ਪਤਾ ਲੱਗਣਾ ਕਿ ਇਹ ਹਿੱਸੇ ਜਿਹੜੇ ਆ ਆਮ ਪਾਰਟੀ ਦੇ ਲੋਕ ਵੀ ਲੈਣਗੇ, ਮੰਤਰੀ ਲੈਣਗੇ ਕਿ ਜਾਂ ਆਪਣੀ ਇਮਾਨਦਾਰੀ ਸਾਬਤ ਕਰਨਗੇ। ਹਾਲੇ ਕਿ ਮੇਰੇ ਖਿਆਲ ਨਾਲ ਅਗਰ ਆਮ ਪਾਰਟੀ ਵਾਲੇ ਕਿਸੇ ਜਾਨਵਰ ਨੂੰ ਵੀ ਟਿਕਟ ਦੇ ਦਿੰਦੇ ਤੇ ਮੇਰੇ ਖਿਆਲ ਉਹਨੇ ਵੀ ਜਿੱਤ ਜਾਣਾ ਸੀ। ਲੋਕਾਂ ਨੇ ਇੰਨਾ ਵਿਸ਼ਵਾਸ ਕੀਤਾ। ਇਕੱਲੇ ਮੁੱਖ ਮੰਤਰੀ ਦੇ ਇਮਾਨਦਾਰ ਹੋਇਆ ਕੁਛ ਨਹੀਂ ਹੋਣਾ, ਜਿਹੜੇ MLA ਜਾਂ ਮੰਤਰੀ ਆ ਉਹਨਾਂ ਨੂੰ ਇਮਾਨਦਾਰ ਹੋਣਾ ਪੈਣਾ, ਤਾਂ ਹੀ ਇਹ ਸਰਕਾਰ ਚੱਲਣੀ ਆ, ਨਹੀਂ ਤਾਂ ਹਾਲਾਤ ਜਿਹੜੇ ਆ ਹੋਰ ਖਰਾਬ ਹੋ ਸਕਦੇ ਆ। ਹੁਣ ਇਹਨਾਂ ਨੂੰ ਵਾਰਨਿੰਗ ਦਿੱਤੀ, ਕਹਿੰਦੇ ਵੀ ਸਰਵਿਸ ਬਹਾਲ ਕਰ ਦਿਓ, ਨਹੀਂ ਤਾਂ ਐਕਸ਼ਨ ਕੀਤਾ ਜਾਏਗਾ ਜਾਂ ਬਰਖਾਸਤ ਕੀਤਾ ਜਾਏਗਾ। ਨਹੀਂ ਕਰੋ ਜੀ ਐਕਸ਼ਨ। ਅਸੀਂ ਤਾਂ ਕਹਿੰਦੇ ਕਰੋ। PCS ਅਫਸਰ 2.5 ਲੱਖ ਰੁਪਈਆ ਤਨਖਾਹ ਲੈ ਰਹੇ ਆ ਵਿਹਲੇ ਬਹਿ ਕੇ, ਕਿ ਜਾਂ ਤੇ ਅਧਿਕਾਰ ਲੈ ਕੇ ਜਾਵਾਂਗੇ ਜਾਂ ਤੇ ਮਰਨ ਮਰਾਉਣ ਵਾਲਾ ਕੰਮ ਹੋ ਜਾਣਾ ਇੱਥੇ। ਹਾਲੇ ਚੁੱਪ ਕਰਕੇ ਬੈਠੇ ਆ ਸਾਡੇ ਕਹਿਣ ਤੇ। ਜਦੋਂ ਅਸੀਂ ਆਵਾਜ਼ ਦੇ ਦਿੱਤੀ ਨੈਸ਼ਨਲ ਹਾਈਵੇ ਬੰਦ, ਤੇ ਫਿਰ ਵੇਖਿਓ ਇੱਥੇ ਕੀ ਬਣਦਾ। ਕਿਸੇ ਅਧਿਆਪਕਾਂ ਦੀ ਤੁਸੀਂ ਗੱਲ ਕੀਤੀ, ਅਧਿਆਪਕਾਂ ਤੋਂ ਬਗੈਰ ਸਰਜੂ, ਜਥੇਬੰਦੀਆਂ ਤੋਂ ਬਗੈਰ ਸਰਜੂ। ਤੁਸੀਂ ਦੱਸੋ ਵੀ ਇਹਨਾਂ ਤੋਂ ਬਗੈਰ ਕਿੱਦਾਂ ਸਰੇਗਾ 108 ਤੋਂ ਬਗੈਰ? ਕੀ ਗੱਲ ਹੈ, ਇਹਨਾਂ 'ਚ ਕੋਈ ਅੰਤਰ ਨਹੀਂ ਆ? ਅਣਮਿੱਥੇ ਸਮੇਂ ਲਈ ਜਿੰਨਾ ਚਿਰ ਫਿਰ CM ਸਾਹਿਬ ਨਹੀਂ ਆਉਂਦੇ, ਸਾਡੀ ਗੱਲ ਨਹੀਂ ਸੁਣਦੇ, ਫਿਰ ਅਸੀਂ ਕਿਸੇ ਦੀ ਨਹੀਂ ਸੁਣਾਂਗੇ। ਭਾਵੇਂ ਮਾਰਨ ਡਾਂਗਾ, ਭਾਵੇਂ ਆੜੇ ਪਾਣੀ ਦੇ ਕੈਨ ਖਲੋਤੇ ਹੋਏ ਇੱਥੇ ਆ ਕੇ, ਭਾਵੇਂ ਜੋ ਮਰਜ਼ੀ ਕਰਨ। ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਗੱਲ ਪੰਜਾਬ ਅਤੇ ਪੰਜਾਬੀਅਤ ਦੀ। ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ ਪਿੱਛੇ ਮੇਰੇ ਖੜੀ ਤੁਸੀਂ 108 ਐਂਬੂਲੈਂਸ ਦੇਖ ਕੇ ਅੰਦਾਜ਼ਾ ਲਗਾ ਰਹੇ ਹੋਵੋਗੇ ਕਿ ਅਸੀਂ ਕਿਸੇ ਹਸਪੀਟਲ ਦੇ ਬਾਹਰ ਖੜੇ ਹਾਂ, ਪਰ ਅਸੀਂ ਲੁਧਿਆਣਾ ਦੇ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਓ ਕਿ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਜੋ ਕਾਫੀ ਮਸ਼ਹੂਰ ਹੈ, ਲਾਡੋਵਾਲ ਟੋਲ ਪਲਾਜ਼ਾ, ਉਸ ਦੇ ਨਜ਼ਦੀਕ ਪਹੁੰਚੇ ਹਾਂ, ਜਿੱਥੇ ਪੂਰੇ ਪੰਜਾਬ ਭਰ ਦੇ ਜਿਹੜੇ 108 ਐਂਬੂਲੈਂਸ ਦੇ ਡਰਾਈਵਰ ਨੇ ਅਤੇ ਹੈਲਪਰ ਨੇ ਜਿਹੜੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਪੰਜਾਬ ਸਰਕਾਰ ਦੇ ਖਿਲਾਫ ਮੁਜ਼ਾਹਰਾ ਕਰ ਰਹੇ ਨੇ। ਤਾਂ ਖਾਸ ਤੌਰ ਤੇ ਇੱਥੇ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਪਹੁੰਚ ਰਹੇ ਨੇ, ਸਮਾਜ ਸੇਵੀ ਪਹੁੰਚ ਰਹੇ ਨੇ। ਤਾਂ ਸੰਤੋਖ ਸਿੰਘ ਜੀ ਨੇ, ਸ਼ਹਿਨਾਜ਼ ਕੌਰ ਗਿੱਲ ਦੇ ਜਿਹੜੇ ਫਾਦਰ ਸਾਹਿਬ ਨੇ। ਹਾਂਜੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਠਾਕ ਹੋ ਜੀ? ਬਹੁਤ ਵਧੀਆ, ਮਿਹਰਬਾਨੀ ਜੀ। ਜੀ ਅੱਜ ਇੱਥੇ ਟੋਲ ਪਲਾਜ਼ਾ ਤੇ ਆਉਣ ਦੀ ਤੁਹਾਨੂੰ ਵੀ ਕੀ ਨੌਬਤ ਆ ਗਈ। ਇੱਥੇ ਟੋਲ ਪਲਾਜ਼ਾ ਤੇ ਇੱਧਰ 108 ਐਂਬੂਲੈਂਸ ਆਲੇ ਦੁਆਲੇ ਖੜੀਆਂ, ਤੁਸੀਂ ਵੀ ਇੱਥੇ ਖੜੇ ਹੋ, ਬਹੁਤ ਸਾਰੇ ਸਮਾਜ ਸੇਵੀ ਵੀ ਇੱਥੇ ਆ ਰਹੇ ਨੇ। ਅਸਲ ਦੇ ਵਿੱਚ ਕੀ ਆ ਜੀ ਕਿ ਮੈਂ ਪਹਿਲੇ ਦਿਨ ਤੋਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਕਰ ਰਿਹਾ ਮੈਂ। ਅਸੀਂ 9 ਤਰੀਕ ਨੂੰ ਇੱਕ ਮੀਡੀਆ ਕਾਨਫਰੰਸ ਕੀਤੀ ਸੀ ਚੰਡੀਗੜ੍ਹ ਦੇ ਵਿੱਚ, ਜਿਹਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ 72 ਘੰਟੇ ਦਾ ਸਮਾਂ ਦਿੱਤਾ ਸੀ ਕਿ ਸਾਡੇ ਨਾਲ CM ਸਾਹਿਬ ਦੀ ਮੀਟਿੰਗ ਕਰਵਾਈ ਜਾਵੇ ਤੇ ਸਾਡੀਆਂ ਜਿਹੜੀਆਂ ਵਾ ਇਹਨਾਂ ਦੀ 108 ਦੀਆਂ ਜੋ ਵੀ ਪ੍ਰੋਬਲਮ ਆ ਉਹਨਾਂ ਨੂੰ ਹੱਲ ਕੀਤਾ ਜਾਵੇ। ਲੇਕਿਨ ਪੰਜਾਬ ਸਰਕਾਰ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ। ਇਸ ਕਰਕੇ ਸਾਨੂੰ ਮਜਬੂਰ ਨੇ ਸੜਕਾਂ 'ਤੇ ਉਤਰਨਾ ਪਿਆ। ਅੱਜ ਚੌਥਾ ਦਿਨ ਹੋ ਗਿਆ ਰੋਡ 'ਤੇ ਬੈਠਿਆਂ ਨੂੰ, ਕਿਉਂਕਿ ਦੇਖੋ ਜਿਹੜਾ 108 ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਵਪੂਰਨ ਕੰਮ ਕਰ ਰਿਹਾ। ਕਰੋਨਾ ਕਾਲ ਦੇ ਵਿੱਚ ਜਦੋਂ ਕਰੋਨਾ ਦੇ ਮਰੀਜ਼ਾਂ ਨੂੰ ਉਹਦੇ ਪਰਿਵਾਰ ਵਾਲੇ ਵੀ ਸਾਥ ਛੱਡ ਜਾਂਦੇ ਸੀ, ਇਹਨਾਂ ਨੇ ਇੰਪਲੋਈਆਂ ਨੇ ਚੁੱਕ ਕਰੋਨਾ ਦੇ ਮਰੀਜ਼ਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਉਹਨਾਂ ਦੇ ਇਲਾਜ ਕਰਵਾਏ, ਉਹਨਾਂ ਦੀ ਕੇਅਰ ਕੀਤੀ, ਜਿਹੜਿਆਂ ਦੇ ਸੰਸਕਾਰ ਕੀਤੇ। ਸੰਸਕਾਰ 'ਤੇ ਵੀ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਨਹੀਂ ਸੀ ਪਹੁੰਚਦੇ, ਉਹ ਲੋਕ ਇਹਨਾਂ ਨੇ ਇੰਨਾ ਵੱਡਾ ਮਹੱਤਵਪੂਰਨ ਇੱਕ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਅਦਾ ਕੀਤਾ। ਅਤੇ 108 ਜਿਹੜੀ ਆ ਵੈਸੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦੀ ਆ। ਸਾਡੀ ਸਿਰਫ ਇੰਨੀ ਕੁ ਮੰਗ ਸੀ ਇਹਨਾਂ ਦੀ ਕਿ ਜਿਸ ਤਰ੍ਹਾਂ ਪੁਰਾਣੀਆਂ ਸਰਕਾਰਾਂ
ਪਿਛਲੀਆਂ ਸਰਕਾਰਾਂ ਜਿਹੜੀਆਂ ਵਾ 12-13 ਸਾਲ ਤੋਂ ਭ੍ਰਿਸ਼ਟਾਚਾਰ ਸਰਕਾਰਾਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਹਮੇਸ਼ਾ ਹੀ ਆਪਣੇ ਫਾਇਦੇ ਲਈ, ਆਪਣੇ ਹਿੱਸਿਆਂ ਲਈ ਮੰਤਰੀਆਂ ਨੇ ਜਿਹੜੇ ਕੰਟਰੈਕਟ ਸੀ ਉਹ ਪੁਰਾਣੀ ਕੰਪਨੀਆਂ ਨੂੰ ਦਿੱਤੇ ਸੀ। ਤੇ ਮਾਨ ਸਰਕਾਰ ਆਪਣੇ ਆਪ 'ਚ ਬਹੁਤ ਦਾਅਵੇ ਕਰਦੀ ਹੈ ਕਿ ਅਸੀਂ ਬਹੁਤ ਇਮਾਨਦਾਰ ਸਰਕਾਰ ਆ। ਇਹ ਹੁਣ ਪਤਾ ਲੱਗਣਾ ਕਿ ਇਹ ਪਿਛਲੀਆਂ ਸਰਕਾਰਾਂ ਵਾਂਗੂ ਇਹ ਵੀ ਜਿਹੜਾ ਕੰਟਰੈਕਟ ਆ ਪ੍ਰਾਈਵੇਟ ਕੰਪਨੀਆਂ ਨੂੰ ਦਿੰਦੀ ਆ ਕਿ ਜਾਂ ਪ੍ਰਾਈਵੇਟ ਕੰਪਨੀਆਂ ਤੋਂ ਕੰਟਰੈਕਟ ਜਿਹੜੇ ਕੈਂਸਲ ਕਰਕੇ ਆਪਣੇ ਕੋਲ ਰੱਖਦੇ ਆ। ਸਿਹਤ ਵਿਭਾਗ ਨੂੰ ਦੇ ਦਿਓ, ਸਿਹਤ ਵਿਭਾਗ ਜਿਹੜਾ ਉਹ ਉਹਨਾਂ ਦੇ ਅੰਡਰ ਕਰ ਦਿਓ। ਦੇਖੋ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਸਰਕਾਰ ਨੇ 108 ਨੂੰ ਆਪਣੇ ਕੋਲ ਰੱਖਿਆ ਹੋਇਆ, ਤਨਖਾਹ ਵੀ 30 ਤੋਂ 35,000 ਰੁਪਈਆ ਤੇ ਪੂਰਾ ਉਹਨਾਂ ਨੂੰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ, ਰਿਟਾਇਰਮੈਂਟ ਵੀ ਦਿੱਤੀ ਜਾਂਦੀ ਆ, ਉਹਨਾਂ ਦੇ ਬੀਮੇ ਵੀ ਆ ਸਾਰਾ। ਸਾਹਿਬ ਇੱਕ ਗੱਲ ਹੋ ਰਿਹਾ, ਤੁਸੀਂ ਵੈਸੇ ਕਿਹੜੀ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੋ? ਮੈਂ ਐਕਚੁਅਲੀ ਵਿੱਚ ਬੀਜੇਪੀ ਆਗੂ ਹਲਕਾ ਖਡੂਰ ਸਾਹਿਬ ਤੋਂ। ਤੁਸੀਂ ਹਲਕਾ ਖਡੂਰ ਸਾਹਿਬ ਤੋਂ ਆਏ ਹੋ ਨਾ, ਬਹੁਤੇ ਲੋਕ ਕਹਿਣਗੇ ਜਾਂ ਮਾਨ ਸਾਹਿਬ ਵੀ ਇਹੀ ਕਹਿੰਦੇ ਵੀ ਵਿਰੋਧੀਆਂ ਦਾ ਕੰਮ ਤਾਂ ਵਿਰੋਧ ਕਰਨਾ ਹੈ, ਉਹ ਤਾਂ ਜਾ ਕੇ ਕਿਤੇ ਪ੍ਰਦਰਸ਼ਨ ਹੁੰਦਾ ਵੀ ਉਹ ਤਾਂ ਜਾ ਕੇ ਰੋਟੀਆਂ ਹੀ ਸੇਕਦੇ ਨੇ, ਉਹਨਾਂ ਨੂੰ ਲੋਕਾਂ ਨੂੰ ਕੀ ਕਹਿਣਾ? ਜਾਂ ਮਾਨ ਸਾਹਿਬ ਤਾਂ ਕਹਿੰਦੇ ਵਿਰੋਧੀਆਂ ਦਾ ਕੰਮ ਰੋਟੀਆਂ ਸੇਕਣੀਆਂ ਹੈ, ਜਾ ਕੇ ਵਿਰੋਧ ਕਰਨਾ, ਸਰਕਾਰ ਤਾਂ ਬਹੁਤ ਵਧੀਆ ਕੰਮ ਕਰਦੀ ਜੀ ਆਪਣਾ। ਐਕਚੁਅਲੀ ਇਸ ਤਰ੍ਹਾਂ ਵਾ, ਮੈਂ ਇਹਨਾਂ ਦੀ ਹੈਲਪ ਜਿਹੜੀ ਆ ਰਾਸ਼ਟਰੀ ਭੰਗਵਾ ਸੈਨਾ ਸੰਗਠਨ ਵੱਲੋਂ ਕਰ ਰਿਹਾ, ਕਿਉਂਕਿ ਉਹਦਾ ਮੈਂ ਰਾਸ਼ਟਰੀ ਚੇਅਰਮੈਨ ਵੀ ਆ। ਤੇ ਇੱਕ ਸਾਡੇ ਨਾਲ ਬਾਲਮੀਕ ਸਮਾਜ ਦੇ ਬਾਬਾ ਨਛੱਤਰ ਸ਼ੇਰ ਗਿੱਲ ਵੀ ਆ, ਪੂਰਾ ਬਾਲਮੀਕ ਸਮਾਜ ਵੀ ਆ। ਅੱਛਾ ਇੱਕ ਹੋਰ ਗੱਲ, ਇਹ 108 ਦਾ ਵੇਖੋ, ਇਹਨਾਂ ਦਾ ਗੁੱਡ ਲੱਕ ਵੇਖੋ ਕਿ ਹਿੰਦੂ ਜਥੇਬੰਦੀਆਂ, ਕ੍ਰਿਸਚਨ ਭਾਈਚਾਰਾ ਤੇ ਸੰਘਰਸ਼ ਕਮੇਟੀਆਂ ਜਿਹੜੀਆਂ ਇਹਨਾਂ ਦਾ ਸਾਥ ਦੇ ਰਹੀਆਂ, ਵੇਖੋ ਇਹਨਾਂ ਦੀ ਮਦਦ ਵਾਸਤੇ ਜਿਹੜੀਆਂ ਆਪਸ ਵਿੱਚ ਟਕਰਾਉਂਦੀਆਂ ਰਹਿੰਦੀਆਂ, ਉਹ ਅੱਜ ਇੱਕ ਛੱਤ ਥੱਲੇ, ਇੱਕ ਪਲੇਟਫਾਰਮ ਥੱਲੇ ਇਹਨਾਂ ਦੀ ਮਦਦ ਕਰਨ ਵਾਸਤੇ ਆਈਆਂ, ਸਾਰੀਆਂ ਇਕੱਠੀਆਂ ਹੋ ਗਈਆਂ। ਬੜੀ ਵੱਡੀ ਗੱਲ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ 108 ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਤੁਸੀਂ ਅੱਜ ਚੌਥਾ ਦਿਨ ਹੋ ਗਿਆ ਸਾਨੂੰ ਬੰਦ ਕੀਤਿਆਂ ਨੂੰ। ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਸੇਵਾਵਾਂ ਜਿਹੜੀਆਂ ਬੰਦ ਹੈ 108 ਦੀਆਂ, ਤੇ ਅਸੀਂ ਦੇਖ ਰਹੇ ਹਾਂ, ਸਾਨੂੰ ਪਤਾ ਕਿ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਆ ਰਹੀਆਂ। ਅਸੀਂ ਨਹੀਂ ਚਾਹੁੰਦੇ ਕਿ ਜ਼ਿਆਦਾ ਲੰਮਾ ਚਿਰ ਇਹ ਸੰਘਰਸ਼ ਚੱਲੇ, ਪਰ ਅਗਰ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਤੇ ਜਿੱਦਾਂ ਅੱਜ 4 ਦਿਨ ਹੋ ਗਏ ਆ, 40 ਦਿਨ ਹੋਰ ਜਾ ਸਕਦਾ ਹੈ। ਅਸੀਂ ਬਹਿਣ ਨੂੰ ਤਿਆਰ ਆ, ਤੇ ਜਿੰਨਾ ਚਿਰ ਸਾਡੀ ਜਿਹੜੀ ਮੰਗ ਆ ਪੰਜਾਬ ਸਰਕਾਰ ਨਹੀਂ ਮੰਨਦੀ ਤੇ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰਹੇਗਾ। ਗਿੱਲ ਸਾਹਿਬ, ਜਿਹੜੇ ਲੋਕ ਨੇ ਜ਼ਖਮੀ ਹਾਲਤ ਦੇ ਵਿੱਚ ਸੜਕਾਂ ਤੇ ਹੁਣ ਵੀ ਵਿਲਕਦੇ ਹੋਣਗੇ ਵੀ ਕਿਤੇ ਨਾ ਕਿਤੇ 108 ਐਂਬੂਲੈਂਸ ਆ ਜਾਵੇ, ਫਿਰ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਜੀ? ਦੇਖੋ ਜੀ, ਅਸੀਂ ਤੇ ਪਹਿਲਾਂ 72 ਘੰਟੇ ਇਸੇ ਕਰਕੇ ਤੇ 72 ਘੰਟੇ ਪਹਿਲਾਂ ਸਮਾਂ ਦਿੱਤਾ ਸੀ ਸਰਕਾਰ ਨੂੰ। ਉਹਦੇ ਵਿੱਚ ਅਸੀਂ ਕਿਹਾ ਵੀ ਸੀ ਕਿ 72 ਘੰਟੇ ਦੇ ਬਾਅਦ ਅਗਰ ਕੋਈ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ ਜਾਂ ਕਿਸੇ ਨੂੰ ਕੋਈ ਮੁਸ਼ਕਲ ਜਾਂ ਕਿਸੇ ਦੀ ਕੋਈ ਡੈਥ ਹੁੰਦੀ ਹੈ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਪੰਜਾਬ ਸਰਕਾਰ ਹੋਏਗੀ। ਇਹਦੇ ਵਿੱਚ ਹੁਣ ਸਾਡਾ ਕੋਈ ਰੋਲ ਨਹੀਂ। ਅਸੀਂ 72 ਘੰਟੇ ਦੇ ਬਾਅਦ ਜਿਹੜਾ ਅਸੀਂ ਧਰਨਾ ਲਾਇਆ। ਤੇ ਚਲੋ ਜੀ, ਪੰਜਾਬ ਸਰਕਾਰ ਦਾ ਫੈਸਲਾ ਮੰਨ ਲੈਂਦੇ ਵੀ ਪੰਜਾਬ ਸਰਕਾਰ ਇਹ 'ਤੇ ਗੌਰ ਕਰੇਗੀ, ਜਿਹਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਕੇਂਦਰ 'ਚ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਤੁਸੀਂ ਹਲਕਾ ਇੰਚਾਰਜ ਹੋ ਖਡੂਰ ਸਾਹਿਬ ਤੋਂ, ਕੇਂਦਰ ਦਾ ਨਹੀਂ ਕੋਈ ਵਿੱਚ ਇੰਟਰਫੇਰੈਂਸ ਹੋ ਸਕਦੀ? ਦੇਖੋ, ਕੇਂਦਰ ਉੱਥੇ ਕੀ ਕਰੇਗਾ? ਜਾਂ ਤੇ ਬਣਾਉਣ, ਮੈਂ ਕਹਿੰਦੇ ਆ ਡਬਲ ਇੰਜਨ ਸਰਕਾਰ ਬਣਾਓ। ਡਬਲ ਇੰਜਨ ਸਰਕਾਰ, ਦੇਖੋ ਹਰਿਆਣਾ ਦੇ ਵਿੱਚ ਡਬਲ ਇੰਜਨ ਸਰਕਾਰ ਆ, ਉੱਥੇ ਕਿਉਂ ਨਹੀਂ ਧਰਨੇ ਲੱਗਦੇ? ਪੰਜਾਬ ਦੇ ਵਿੱਚ ਕਿਉਂ ਧਰਨੇ ਲੱਗ ਰਹੇ? ਹਰ ਇੱਕ ਮਹਿਕਮਾ ਸੜਕ ਤੇ ਉਤਰ ਰਿਹਾ, ਕਿਉਂ ਉਤਰ ਰਿਹਾ? ਠੀਕ ਹੈ, ਇਹਦੇ ਵਿੱਚ ਕੋਈ ਕੇਂਦਰ ਦਾ ਹੱਥ ਹੀ ਨਹੀਂ। ਅਗਰ ਕੇਂਦਰ ਦੇ ਅੰਡਰ ਕਰ ਦਿਓ 108 ਤੇ ਕੱਲ੍ਹ ਨੂੰ ਹੀ ਜਿਹੜਾ ਇਹਨਾਂ ਦੀਆਂ ਮੁਸ਼ਕਲਾਂ ਸਾਰੀਆਂ ਹੱਲ ਹੋ ਜਾਣੀਆਂ। ਇੱਕ ਬੜਾ ਵੱਡਾ ਹਿੱਸਾ ਜਿਹੜਾ ਵਾ ਇਹ ਮੰਤਰੀਆਂ ਨੂੰ ਜਾਂਦਾ ਰਿਹਾ, ਤੇ ਇੱਥੋਂ ਹੁਣ ਅਸਲ ਦੇ ਵਿੱਚ ਹੁਣ ਪਤਾ ਲੱਗਣਾ ਕਿ ਇਹ ਹਿੱਸੇ ਜਿਹੜੇ ਆ ਆਮ ਪਾਰਟੀ ਦੇ ਲੋਕ ਵੀ ਲੈਣਗੇ, ਮੰਤਰੀ ਲੈਣਗੇ, ਕਿ ਜਾਂ ਆਪਣੀ ਇਮਾਨਦਾਰੀ ਸਾਬਤ ਕਰਨਗੇ। ਹੁਣ ਪਤਾ ਲੱਗਣਾ ਅਸਲ ਦੇ ਵਿੱਚ। ਗਿੱਲ ਸਾਹਿਬ, ਪੰਜਾਬ ਦੇ ਹਾਲਾਤ ਦੇਖ ਲਈਏ, ਕਹਿੰਦੇ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ। ਇੱਕ ਪਾਸੇ ਬੇਰੁਜ਼ਗਾਰ ਜਿਹੜੇ ਅਧਿਆਪਕ ਨੇ ਉਹ ਵੀ ਪ੍ਰੋਟੈਸਟ ਕਰ ਰਹੇ ਨੇ, ਦੂਸਰੇ ਪਾਸੇ ਪੰਜਾਬ ਰੋਡਵੇਜ਼ ਪਨਬਸ ਦੇ ਜਿਹੜੇ PRTC ਦੇ ਕੱਚੇ ਮੁਲਾਜ਼ਮ ਨੇ ਉਹ ਵੀ ਆਏ ਦਿਨ ਹੀ ਪ੍ਰਦਰਸ਼ਨ ਕਰਦੇ ਰਹਿੰਦੇ ਨੇ। 108 ਐਂਬੂਲੈਂਸ ਦੇ ਜਿਹੜੇ ਕਰਮਚਾਰੀ ਆ, ਡਰਾਈਵਰ ਆ ਤੇ ਹੈਲਪਰ ਆ, ਉਹ ਵੀ ਪ੍ਰਦਰਸ਼ਨ ਕਰ ਰਹੇ ਨੇ। ਦੂਸਰੇ ਪਾਸੇ ਜਿਹੜੇ ਰਾਹੁਲ ਗਾਂਧੀ ਸਾਹਿਬ ਆ ਉਹ ਤਾਂ ਭਾਰਤ ਜੋੜ ਰਹੇ ਨੇ, ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ? ਉਹ ਕਹਿੰਦੇ ਕੇਂਦਰ ਨੇ ਬਹੁਤ ਜ਼ਿਆਦਾ ਮਹਿੰਗਾਈ ਕਰਤੀ, BJP ਨੂੰ ਕੰਪੇਅਰ ਕਰ ਰਹੇ ਨੇ ਹੁਣ ਨਾ ਲੈ ਕੇ। ਜਦੋਂ ਕਹਿੰਦੇ ਕਾਂਗਰਸ ਦੀ ਸਰਕਾਰ ਸੀਗੀ ਤਾਂ ਵਧੀਆ ਸੀਗਾ, ਤਾਂ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ 'ਚ ਬਣਦੀ ਹੈ ਤਾਂ ਉਹ ਕਹਿੰਦੇ ਬਹੁਤ ਜ਼ਿਆਦਾ ਬੇਰੁਜ਼ਗਾਰੀ ਆ ਗਈ, ਮਹਿੰਗਾਈ ਬਹੁਤ ਉੱਪਰ ਨੂੰ ਹੋ ਗਈ ਜੀ। ਦੇਖੋ ਜੀ, ਮਹਿੰਗਾਈ ਤਾਂ ਹੋਈ ਆ, ਮਾਹੌਲ ਵੀ ਜਿਹੜੇ ਆ ਖਰਾਬ ਹੋ ਰਹੇ ਆ, ਲੇਕਿਨ ਇਹਦਾ ਜ਼ਿੰਮੇਵਾਰ ਕੌਣ ਆ? ਇਹਦੇ ਜ਼ਿੰਮੇਵਾਰ ਅਸੀਂ ਆ। ਅਸੀਂ ਲੋਕਾਂ ਨੇ ਅੱਖਾਂ ਬੰਦ ਕਰਕੇ ਵੋਟਾਂ ਪਾਈਆਂ। ਕਿ ਸਾਨੂੰ ਕਈਆਂ ਹਲਕਿਆਂ ਦੇ ਵਿੱਚ ਇਹ ਵੀ ਨਹੀਂ ਪਤਾ ਕਿ MLA ਕੌਣ ਆ। ਪਿੰਡਾਂ ਦੇ ਲੋਕਾਂ ਨੂੰ ਨਹੀਂ ਪਤਾ, ਉਹਨਾਂ ਅਜੇ ਤੱਕ ਵੇਖਿਆ ਹੀ ਨਹੀਂ ਕਿ MLA ਕਿਹੜਾ ਖੜਾ ਹੋਇਆ। ਸਿਰਫ ਇੱਕ ਆਮ ਪਾਰਟੀ ਦੇ ਝੰਡੇ ਨੂੰ ਵੇਖ ਕੇ, ਝਾੜੂ ਵੇਖ ਕੇ ਵੋਟਾਂ ਪਾਈਆਂ ਗਈਆਂ। ਹਾਲੇ ਕਿ ਮੇਰੇ ਖਿਆਲ ਨਾਲ ਅਗਰ ਆਮ ਪਾਰਟੀ ਵਾਲੇ ਕਿਸੇ ਜਾਨਵਰ ਨੂੰ ਵੀ ਟਿਕਟ ਦੇ ਦਿੰਦੇ ਤਾਂ ਮੇਰੇ ਖਿਆਲ ਉਹਨੇ ਵੀ ਜਿੱਤ ਜਾਣਾ ਸੀ। ਲੋਕਾਂ ਨੇ ਇੰਨਾ ਵਿਸ਼ਵਾਸ ਕੀਤਾ। ਸਾਢੇ 1400 ਇੱਥੇ ਵਰਕਰ ਬੈਠਾ ਇਸ ਵੇਲੇ, ਉਹਨਾਂ ਨੇ ਮੇਰੇ ਖਿਆਲ ਇਹਨਾਂ ਦੇ ਵਿੱਚੋਂ ਜਿਹੜੇ ਆ 98% ਜਿਹਨਾਂ ਦੇ ਪਰਿਵਾਰ ਆ, ਇਹਨਾਂ ਨੇ ਸਾਰਿਆਂ ਨੇ ਆਮ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਇਆ।
ਉਹਦੇ ਫਿਰ ਜ਼ਿੰਮੇਵਾਰ ਵੀ ਤਾਂ ਅਸੀਂ ਆ ਨਾ, ਅਸੀਂ ਲੋਕ ਹੀ ਹਾਂ। ਅਗਰ ਤੁਸੀਂ ਡਬਲ ਇੰਜਨ ਸਰਕਾਰ ਬਣਾਉਂਦੇ ਹੋ ਉਹਦਾ ਫਾਇਦਾ ਕੀ ਹੁੰਦਾ? ਫਿਰ ਤੁਸੀਂ ਕਿਸੇ ਨੂੰ ਉਲਾਮਾ ਹੀ ਨਹੀਂ ਦੇ ਸਕਦੇ। ਹੁਣ ਪੰਜਾਬ ਸਰਕਾਰ ਨੇ ਸੁੱਟੀ ਜਾਣਾ ਕੇਂਦਰ ਤੇ ਕੇਂਦਰ ਨੇ ਸੁੱਟੀ ਜਾਣਾ ਪੰਜਾਬ ਸਰਕਾਰ ਤੇ। ਇਹ ਤਾਂ ਲੜਾਈ ਐਂ ਹੀ ਚੱਲਦੀ ਰਹਿਣੀ ਆ। ਦੇਖੋ ਜਿਸ ਤਰ੍ਹਾਂ ਰਾਜਾ ਵੜਿੰਗ ਨੂੰ ਧੱਕਾ ਵੱਜਾ ਹੈ ਪਿੱਛੇ ਜੇ ਉਹਨਾਂ ਕਿਹਾ ਜੀ ਵਿਰੋਧੀ ਪਾਰਟੀ ਦਾ ਕੰਮ ਆ। ਹੁਣ ਦੱਸੋ ਬੀਜੇਪੀ ਨੇ ਥੋੜੀ ਧੱਕਾ ਮਰਵਾਇਆ? ਧੱਕਾ ਤੇ ਹੁਣ ਜੇ ਉਹ ਮਰਵਾਉਣਗੇ ਤਾਂ ਰਾਹੁਲ ਗਾਂਧੀ ਨੂੰ ਮਰਵਾਉਣਗੇ, ਤੈਨੂੰ ਕਿਉਂ ਮਰਵਾਉਣਗੇ? ਇਹ ਇਲਜ਼ਾਮ ਜਿਹੜੇ ਆ ਪਾਰਟੀਆਂ ਇੱਕ ਦੂਜੇ ਤੇ ਲਾਉਂਦੀਆਂ ਰਹਿੰਦੀਆਂ, ਇਹ ਲੱਗਦੇ ਰਹਿਣੇ ਆ, ਇਹ ਚੱਲਦਾ ਰਹਿਣਾ। ਇਸ ਕਰਕੇ ਮੈਂ ਕਹਿੰਦਾ ਕਿ ਪੰਜਾਬ ਸਰਕਾਰ ਹੁਣ ਸੋਚੇ, ਇਹਨੂੰ ਸੋਚਣਾ ਚਾਹੀਦਾ ਕਿ ਪੰਜਾਬ ਦਾ ਸੁਧਾਰ ਜਿਹੜਾ ਕਿਸ ਤਰ੍ਹਾਂ ਕਰਨਾ। ਇਕੱਲੇ ਮੁੱਖ ਮੰਤਰੀ ਦੇ ਇਮਾਨਦਾਰ ਹੋਇਆਂ ਕੁਛ ਨਹੀਂ ਹੋਣਾ, ਜਿਹੜੇ ਐਮਐਲਏ ਜਾਂ ਮੰਤਰੀ ਆ ਉਹਨਾਂ ਨੂੰ ਇਮਾਨਦਾਰ ਹੋਣਾ ਪੈਣਾ, ਤਾਂ ਹੀ ਇਹ ਸਰਕਾਰ ਚੱਲਣੀ ਆ, ਨਹੀਂ ਤਾਂ ਹਾਲਾਤ ਜਿਹੜੇ ਆ ਹੋਰ ਖਰਾਬ ਹੋ ਸਕਦੇ ਆ। ਜਿਹੜਾ ਪ੍ਰੋਟੈਸਟ ਹੋ ਰਿਹਾ ਹੈ, ਲੱਗਦਾ ਨਹੀਂ ਜੇ ਟੇਬਲ ਟਾਕ ਹੋ ਜਾਂਦੀ, ਬਹਿ ਕੇ ਗੱਲਬਾਤ ਹੋ ਜਾਂਦੀ, ਤੇ ਜਿਹੜੇ ਆਮ ਲੋਕ ਖੱਜਲ ਖੁਆਰ ਹੋ ਰਹੇ ਨੇ ਉਹਨਾਂ ਨੂੰ ਵੀ ਨਹੀਂ ਪਰੇਸ਼ਾਨੀ ਕਰਨੀ ਪੈਂਦੀ? ਨਹੀਂ, ਪ੍ਰਸ਼ਾਸਨ ਦੇ ਕਹਿਣ ਤੇ ਏਡੀਸੀ ਸਾਹਿਬ ਇੱਥੇ ਆਏ ਸੀ, ਡੀਐਸਪੀ ਸਾਹਿਬ ਆਏ ਸੀ, ਉਹਨਾਂ ਦੇ ਕਹਿਣ ਤੇ ਅਸੀਂ ਉਹਨਾਂ ਦਾ ਇੱਜ਼ਤ ਰੱਖੀ। ਪਹਿਲਾਂ ਅਸੀਂ ਤਿਆਰ ਨਹੀਂ ਸੀ ਗੱਲਬਾਤ ਕਰਨ ਨੂੰ, ਪਹਿਲੇ ਦਿਨ ਹੀ ਉਹ ਆਏ ਸੀ। ਉਹਨਾਂ ਦੇ ਕਹਿਣ ਤੇ ਅਸੀਂ ਸਿਹਤ ਮੰਤਰੀ ਨੂੰ ਮਿਲੇ ਆ। ਸਿਹਤ ਮੰਤਰੀ ਦਾ ਜਵਾਬ ਵੇਖ ਲਓ, ਕਿਉਂ ਜੀ ਨਵੀਂ ਸਰਕਾਰ ਬਣੀ ਆ ਤੇ ਸਾਨੂੰ ਜਿਹੜਾ ਕਿ ਤੁਸੀਂ 20-22 ਦਿਨ ਦਾ ਸਮਾਂ ਦਿਓ। ਇੱਕ ਵਾਰਨਿੰਗ ਵੀ ਦਿੱਤੀ ਉਹਨਾਂ ਨੇ, ਕਹਿੰਦੇ ਜਿਵੇਂ ਪੀਸੀਐਸ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ, ਉਹ ਤਾਂ ਡਿਊਟੀ ਤੇ ਚਲੇ ਗਏ ਜੀ। ਹੁਣ ਇਹਨਾਂ ਨੂੰ ਵਾਰਨਿੰਗ ਦਿੱਤੀ, ਕਹਿੰਦੇ ਵੀ ਸਰਵਿਸ ਬਹਾਲ ਕਰ ਦਿਓ, ਨਹੀਂ ਤਾਂ ਐਕਸ਼ਨ ਕੀਤਾ ਜਾਏਗਾ ਜਾਂ ਬਰਖਾਸਤ ਕੀਤਾ ਜਾਏਗਾ। ਨਹੀਂ ਕਰੋ ਜੀ ਐਕਸ਼ਨ, ਅਸੀਂ ਤਾਂ ਕਹਿੰਦੇ ਕਰੋ। ਪੀਸੀਐਸ ਅਫਸਰ 2.5 ਲੱਖ ਰੁਪਈਆ ਤਨਖਾਹ ਦੇ ਰਹੇ, ਉਹ ਤਨਖਾਹ ਲੈ ਰਹੇ ਆ, ਵਿਹਲੇ ਬਹਿ ਕੇ ਤਨਖਾਹ ਲੈ ਰਹੇ ਆ। ਉਹਨਾਂ ਦਾ ਤੇ ਉਹਦੇ ਹੱਕ ਬਣਦਾ, ਉਹਦੇ ਹੁਣ 2.5 ਲੱਖ ਰੁਪਈਆ ਉਹਨਾਂ ਨੂੰ ਮਹੀਨੇ ਦਾ ਆਉਂਦਾ। ਇਹਨਾਂ ਵਿਚਾਰਿਆਂ ਨੂੰ ਹੁਣ 8,000-9,000 ਰੁਪਈਏ ਦੇ ਵਿੱਚ ਐਡੀ ਮਹਿੰਗਾਈ ਦੇ ਵਿੱਚ ਜਿਹੜੇ ਗੁਜ਼ਾਰੇ ਮਹਾਂ ਕਰਦੇ ਆ। ਇਹ ਤੇ ਹੁਣ ਇਸ ਤਰੀਕੇ ਨਾਲ ਬੈਠੇ ਆ ਕਿ ਜਾਂ ਤੇ ਅਧਿਕਾਰ ਲੈ ਕੇ ਜਾਵਾਂਗੇ ਜਾਂ ਤੇ ਮਰਨ ਮਰਾਉਣ ਵਾਲਾ ਕੰਮ ਹੋ ਜਾਣਾ ਇੱਥੇ। ਹਾਲੇ ਚੁੱਪ ਕਰਕੇ ਬੈਠੇ ਆ ਸਾਡੇ ਕਹਿਣ ਤੇ। ਜਦੋਂ ਅਸੀਂ ਆਵਾਜ਼ ਦੇ ਦਿੱਤੀ ਨੈਸ਼ਨਲ ਹਾਈਵੇ ਬੰਦ, ਤੇ ਫਿਰ ਵੇਖਿਓ ਇੱਥੇ ਕੀ ਬਣਦਾ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਪ੍ਰੋਬਲਮ ਹੋਵੇ। ਅੱਜ ਸਿਰਫ ਕੈਂਸਲ ਹੋਇਆ, 12 ਵਜੇ ਦਾ ਸਮਾਂ ਸੀ ਨੈਸ਼ਨਲ ਹਾਈਵੇ ਜਾਮ ਕਰਨ ਦਾ। ਪ੍ਰਸ਼ਾਸਨ ਆਇਆ ਸਾਡੇ ਕੋਲ, ਪ੍ਰਸ਼ਾਸਨ ਦੇ ਏਡੀਸੀ ਸਾਹਿਬ ਆਏ ਆ, ਐਸਡੀਐਮ ਸਾਹਿਬ ਆਏ ਸੀ। ਉਹਨਾਂ ਨੇ ਸਾਨੂੰ ਅਪੀਲ ਕੀਤੀ ਕਿ ਸਾਨੂੰ 1 ਦਿਨ ਦਾ ਸਮਾਂ ਹੋਰ ਦੇ ਦਿਓ, ਅੱਜ ਤੁਸੀਂ ਨੈਸ਼ਨਲ ਹਾਈਵੇ ਨਾ ਜਾਮ ਕਰੋ, ਕਿਉਂਕਿ ਸੰਤੋਖ ਚੌਧਰੀ ਜੀ ਦੀ ਜਿਹੜੀ ਐਮਪੀ ਸਾਹਿਬ ਦੀ ਡੈਥ ਹੋ ਗਈ। ਉਹਨਾਂ ਦੇ ਜਿਹੜੇ ਲੋਕ ਜਾ ਰਹੇ ਨੇ ਉਹਨਾਂ ਦੇ, ਉਹ ਸਾਨੂੰ ਅਫਸੋਸ ਹੈ ਇਸ ਗੱਲ ਦਾ। ਉਹਨਾਂ ਨੂੰ ਅਸੀਂ ਦੇਖਦੇ ਹੋਏ ਇਹਨਾਂ ਨੂੰ 1 ਦਿਨ ਦਾ ਅਸੀਂ ਸਮਾਂ ਹੋਰ ਦਿੱਤਾ। ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਪਰਸੋਂ ਸਾਡੀ ਜਿਹੜੀ ਮੀਟਿੰਗ ਹੈ ਸੀਐਮ ਸਾਹਿਬ ਨਾਲ ਕਰਵਾਉਣਗੇ। ਇਸ ਕਰਕੇ ਅੱਜ ਅਸੀਂ ਨੈਸ਼ਨਲ ਹਾਈਵੇ ਨਹੀਂ ਜਾਮ ਕੀਤਾ। ਅਗਰ ਕੱਲ੍ਹ ਦੀ ਦਿਹਾੜੀ ਵੇਖਾਂਗੇ, ਅਗਰ ਨਹੀਂ ਹੋਇਆ ਤਾਂ ਪਰਸੋਂ 12 ਕੁ ਵਜੇ ਦੇ ਕਰੀਬ ਜਿਹੜਾ ਅਸੀਂ ਕਿਸੇ ਦੀ ਗੱਲ ਨਹੀਂ ਸੁਣਾਂਗੇ ਤੇ ਨੈਸ਼ਨਲ ਹਾਈਵੇ ਜਿਹੜਾ ਜਾਮ ਕਰਾਂਗੇ। ਜਿਹੜੀਆਂ ਗਤੀਵਿਧੀਆਂ ਹੁਣ ਹੋਰ ਤੇਜ਼ ਕਰ ਦੇਂਗੇ ਅਸੀਂ ਆਪਣੇ। ਨੈਸ਼ਨਲ ਹਾਈਵੇ ਜਾਮ ਕਰਕੇ ਕੋਈ ਠੋਸ ਹੱਲ ਨਿਕਲੂਗਾ? ਖੱਜਲ ਖੁਆਰ ਤਾਂ ਆਪਣੇ ਪੰਜਾਬੀ ਭਰਾ ਹੀ ਆ, ਮਾਤਾਵਾਂ, ਬਜ਼ੁਰਗ, ਬੱਚੇ, ਉਹੀ ਹੋਣਗੇ। ਹੱਲ ਨਿਕਲਣ ਦੀ ਕੋਈ ਸੰਭਾਵਨਾ ਹੈ ਕਿ ਵੀ ਨੈਸ਼ਨਲ ਹਾਈਵੇ ਬਹੁਤ ਸਾਰੀਆਂ ਜਥੇਬੰਦੀਆਂ ਜਾਮ ਕਰਦੀਆਂ ਨੇ? ਲੱਗਦਾ ਨਹੀਂ ਸ਼ਾਂਤਮਈ ਪ੍ਰੋਟੈਸਟ ਕਰਕੇ ਆਪਾਂ ਨੂੰ ਹੱਲ ਮੰਗਣੇ ਚਾਹੀਦੇ ਜਾਂ ਆਪਣੇ ਜਿਹੜੇ ਹੱਕ ਮੰਗਣੇ ਚਾਹੀਦੇ ਨੇ? ਦੇਖੋ, ਜਥੇਬੰਦੀਆਂ ਦੇ ਵਿੱਚ ਜਾਂ ਕਿਸੇ ਅਧਿਆਪਕਾਂ ਦੀ ਤੁਸੀਂ ਗੱਲ ਕੀਤੀ, ਅਧਿਆਪਕਾਂ ਤੋਂ ਬਗੈਰ ਸਰਜੂ, ਜਥੇਬੰਦੀਆਂ ਤੋਂ ਬਗੈਰ ਸਰਜੂ। ਤੁਸੀਂ ਦੱਸੋ ਵੀ ਇਹਨਾਂ ਤੋਂ ਬਗੈਰ ਕਿੱਦਾਂ ਸਰੇਗਾ? 108 ਤੋਂ ਬਗੈਰ ਕੀ ਗੱਲ ਹੈ? ਇਹਨਾਂ 'ਚ ਕੋਈ ਅੰਤਰ ਨਹੀਂ ਆ? ਸੀਐਮ ਸਾਹਿਬ ਨੂੰ ਦੇਖਣਾ ਚਾਹੀਦਾ ਉਹਨਾਂ ਦੀਆਂ ਮੰਗਾਂ ਤੇ ਇਹਨਾਂ ਦੀਆਂ ਮੰਗਾਂ ਨੂੰ ਕੀ ਫਰਕ ਆ, ਉਹ ਦੇਖ ਕੇ ਦੇਖੋ। ਇਹਦੇ ਸੀਐਮ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਨੂੰ ਆਪਣੀ ਜਗ੍ਹਾ ਤੇ ਰੱਖ ਕੇ ਵੇਖੇ, ਆਪਣੇ ਆਪ ਨੂੰ ਇਹਨਾਂ ਦੀ ਜਗ੍ਹਾ ਤੇ ਰੱਖ ਕੇ ਸੋਚੋ ਕਿ 9,000 8,000 ਰੁਪਏ ਦੇ ਵਿੱਚ ਕਿੱਦਾਂ ਪਰਿਵਾਰ ਚਲਾਉਣੇ ਆ, ਕਿੱਦਾਂ ਬੱਚਿਆਂ ਦੇ ਵਿਆਹ ਕਰਨੇ ਆ, ਕਿੱਦਾਂ ਬੱਚਿਆਂ ਸਕੂਲ ਦੀਆਂ ਫੀਸਾਂ ਤਾਰਨੀਆਂ। ਜੇ ਅਸੀਂ ਚਾਹੁੰਦੇ ਤੇ ਅਸੀਂ ਪਹਿਲੇ ਦਿਨ ਹੀ ਰੋਡ ਜਾਮ ਕਰ ਸਕਦੇ ਸੀ। ਸਿਰਫ ਅਸੀਂ ਇਸੇ ਕਰਕੇ ਨਹੀਂ ਕੀਤਾ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਜ਼ਿੰਮੇਵਾਰ ਅਸੀਂ ਬੰਦੇ ਆ, ਇਸ ਕਰਕੇ ਅਸੀਂ ਹਾਲੇ ਤੱਕ ਜਾਮ ਨਹੀਂ ਕੀਤਾ। ਅਸੀਂ ਤਾਂ ਹੁਣ ਵੀ ਨਹੀਂ ਚਾਹੁੰਦੇ, ਸਾਨੂੰ ਕੋਈ ਸ਼ੌਂਕ ਥੋੜ੍ਹੀ ਆ ਸੜਕਾਂ 'ਤੇ ਬਹਿਣ ਦਾ। ਕਿਉਂ ਨਹੀਂ ਸੀਐਮ ਸਾਹਿਬ ਮੀਟਿੰਗ ਕਿਉਂ ਨਹੀਂ ਕਰ ਰਹੇ ਸਾਡੇ ਨਾਲ? ਇੱਕ ਮੀਟਿੰਗ ਕਰਨ, ਟੇਬਲ 'ਤੇ ਬਹਿਣ, ਸਾਡੀ ਗੱਲ ਤੇ ਸੁਣਨ। ਸਾਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ। ਹਰ ਇੱਕ ਵਾਰੀ ਸਾਡੀ ਗੱਲ ਸੁਣ ਲੈਣ। ਦੇਖੋ 5-6 ਕਰੋੜ ਰੁਪਈਆ ਹਰ ਮਹੀਨੇ ਉਹਨਾਂ ਨੂੰ ਪ੍ਰਾਈਵੇਟ ਕੰਪਨੀ ਨੂੰ ਦੇ ਰਹੀ ਹੈ, ਤੇ ਉਹੀ ਜਿਹੜੇ ਲੋਕਾਂ ਨੂੰ ਕਿਉਂ ਨਹੀਂ ਦੇ ਰਹੇ? ਇਹਨਾਂ ਦੀਆਂ ਤਨਖਾਹਾਂ ਵਧਾ ਦੇਣ, ਇਹਨਾਂ ਨੂੰ ਆਪਣੇ ਅਧੀਨ ਲੈਣ ਤੇ ਮੁਸ਼ਕਲਾਂ ਸਾਰੀਆਂ ਹੱਲ ਹੋ ਜਾਣੀਆਂ। ਇੱਕ ਪ੍ਰਾਈਵੇਟ ਕੰਪਨੀ ਕਰਕੇ ਤੁਸੀਂ ਜਿਹੜੇ ਆ 1450 ਪਰਿਵਾਰ ਨੂੰ ਖੱਜਲ ਕਰ ਰਹੇ ਜੇ। ਇਹਨਾਂ ਦੇ ਵੀ ਛੋਟੇ ਬੱਚੇ ਆ, ਇਹ ਵੀ 4 ਦਿਨ ਹੋ ਗਏ ਆ ਰੋਡ ਤੇ ਬੈਠਿਆਂ ਨੂੰ। ਇਹਨਾਂ ਦਾ ਵੀ ਦਿਲ ਨਹੀਂ ਕਰਦਾ ਕਿ ਅਸੀਂ ਰੋਡ ਤੇ ਬਈਏ, ਮਜਬੂਰੀ ਨੂੰ ਬੈਠੇ ਆ ਸਾਰੇ। ਤੇ ਬਾਕੀ ਲੋਕਾਂ ਦੀਆਂ ਮੁਸ਼ਕਲਾਂ ਜਿਨ੍ਹਾਂ ਨੂੰ ਪਰੇਸ਼ਾਨੀ ਆ ਰਹੀ ਹੈ 108 ਦੀ, ਉਹ ਮੈਂ ਉਹਨਾਂ ਨੂੰ ਮਾਫੀ ਮੰਗਦਾ, ਲੇਕਿਨ ਸਾਨੂੰ ਫਿਰ ਮਜਬੂਰ ਕੀਤਾ ਜਾ ਰਿਹਾ ਕਿ ਨੈਸ਼ਨਲ ਹਾਈਵੇ ਜਿਹੜਾ ਬੰਦ ਕਰਨ ਲਈ ਸਾਨੂੰ ਹੁਣ ਮਜਬੂਰ ਨੇ ਜਿਹੜਾ ਨੈਸ਼ਨਲ ਹਾਈਵੇ ਬੰਦ ਕਰਨਾ ਪੈਣਾ। ਕੱਲ੍ਹ ਦਾ ਦਿਨ ਅਸੀਂ ਵੇਟ ਕਰਾਂਗੇ, ਪਰਸੋਂ ਕਿਸੇ ਦੀ ਸੁਣਾਂਗੇ ਨਹੀਂ ਅਸੀਂ। ਅਗਰ ਤੇ ਕੱਲ੍ਹ ਮੀਟਿੰਗ ਹੋਊਗੀ ਠੀਕ ਆ, ਪਰਸੋਂ ਮੀਟਿੰਗ ਹੋਊਗੀ ਠੀਕ ਆ, ਨਹੀਂ ਤੇ ਪਰਸੋਂ 12 ਵਜੇ ਤੋਂ ਬਾਅਦ ਜਿਹੜਾ ਨੈਸ਼ਨਲ ਅੰਮ੍ਰਿਤਸਰ ਟੂ ਦਿੱਲੀ ਵਾਲਾ ਜਿਹੜਾ ਨੈਸ਼ਨਲ ਹਾਈਵੇ ਅਸੀਂ ਬੰਦ ਕਰਦਾ, ਕਿਉਂਕਿ ਬੈਠੇ ਅਸੀਂ ਇਸੇ ਕਰਕੇ ਇੱਥੇ
ਇਹ ਜਿਹੜਾ ਨੈਸ਼ਨਲ ਹਾਈਵੇ ਜਾਮ ਕਰਨਾ ਹੈ, ਤੁਸੀਂ ਬੰਦ ਕਰਨਾ ਹੈ, ਕੋਈ ਟਾਈਮ ਪੀਰੀਅਡ ਨੂੰ ਲੈ ਕੇ ਜਾਂ ਮਿੱਥੇ ਸਮੇਂ ਲਈ ਕਰੋਗੇ? ਅਣਮਿੱਥੇ ਸਮੇਂ ਲਈ, ਜਿੰਨਾ ਚਿਰ ਫਿਰ ਸੀਐਮ ਸਾਹਿਬ ਨਹੀਂ ਆਉਂਦੇ, ਸਾਡੀ ਗੱਲ ਨਹੀਂ ਸੁਣਦੇ, ਫਿਰ ਅਸੀਂ ਕਿਸੇ ਦੀ ਨਹੀਂ ਸੁਣਾਂਗੇ। ਭਾਵੇਂ ਮਾਰਨ ਡਾਂਗਾ, ਭਾਵੇਂ ਆੜੇ ਪਾਣੀ ਦੇ ਕੈਨ ਖਲੋਤੇ ਹੋਏ ਇੱਥੇ ਆ ਕੇ, ਭਾਵੇਂ ਜੋ ਮਰਜ਼ੀ ਕਰਨ, ਅਸੀਂ ਨਹੀਂ ਉਠਾਂਗੇ। ਇੱਥੇ ਬੰਦੇ ਦਿਲ 'ਚ ਇਹ ਧਾਰ ਕੇ ਆਏ ਆ ਜਾਂ ਮਰ ਜਾਣਾ ਮਨਜ਼ੂਰ ਆ, ਲੇਕਿਨ ਉੱਠਣਾ ਨਹੀਂ। ਅਣਮਿੱਥੇ ਸਮੇਂ ਲਈ ਜਿਹੜਾ ਨੈਸ਼ਨਲ ਹਾਈਵੇ ਬੰਦ ਕੀਤਾ ਜਾਏਗਾ, ਫਿਰ ਤੇ ਸਾਡੀਆਂ ਲਾਸ਼ਾਂ ਹੀ ਇੱਥੋਂ ਚੁੱਕ ਕੇ ਲੈ ਜਾਣ, ਜਿਹਦੇ ਸਾਨੂੰ ਨਹੀਂ ਇੱਥੋਂ ਖੜ ਸਕਦੇ। ਸੰਭਾਵਨਾ ਹੈ ਕੋਈ ਪੰਜਾਬ ਸਰਕਾਰ ਦੇ ਨਾਲ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਕੋਈ ਗੱਲਬਾਤ ਹੋਣ ਦੀ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਪ੍ਰੋਟੈਸਟ ਕਰਨ ਤੋਂ ਪਹਿਲਾਂ ਜਾਂ ਨੈਸ਼ਨਲ ਹਾਈਵੇ ਜਾਮ ਕਰਨ ਤੋਂ ਪਹਿਲਾਂ ਕੋਈ ਹੈ ਸੰਭਾਵਨਾ ਵੀ ਗੱਲਬਾਤ ਕਰਨਗੇ? ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਜਿੱਦਾਂ ਸੀਐਮ ਸਾਹਿਬ ਤੱਕ ਸਾਡਾ ਸੁਨੇਹਾ ਹੀ ਨਹੀਂ ਪਹੁੰਚ ਰਿਹਾ, ਜਾਂ ਤੇ ਇਹ ਐਮਐਲਏ ਕੈਬਨਿਟ ਮੰਤਰੀ ਨਹੀਂ ਸਾਡਾ ਸੁਨੇਹਾ ਉੱਪਰ ਤੱਕ ਪਹੁੰਚਾ ਰਹੇ। ਮੈਨੂੰ ਲੱਗਦਾ ਸੀ ਕਿ ਜੇ ਸੀਐਮ ਸਾਹਿਬ ਤੱਕ ਸਾਡਾ ਸੁਨੇਹਾ ਪਹੁੰਚ ਜਾਂਦਾ, ਅਗਰ ਉਹਨਾਂ ਨੂੰ ਪਤਾ ਹੁੰਦਾ ਕਿ 108 ਬੰਦ ਆ ਜਾਂ ਉਹਨਾਂ ਨੂੰ ਇੰਨੀਆਂ ਪ੍ਰੋਬਲਮ ਆ ਰਹੀਆਂ, ਉਹਨਾਂ ਦੇ ਆਹ ਮਸਲੇ ਆ, ਇਸ ਕਰਕੇ ਉਹ ਬੈਠੇ ਹੋਏ ਆ, ਤੇ ਸਾਨੂੰ ਉਹ ਟਾਈਮ ਜ਼ਰੂਰ ਦਿੰਦੇ। ਸ਼ਾਇਦ ਤੁਹਾਡੇ ਚੈਨਲ ਰਾਹੀਂ, ਸ਼ਾਇਦ ਉਹਨਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਸ਼ਾਇਦ ਉਹਨਾਂ ਤੱਕ ਸੁਨੇਹਾ ਪਹੁੰਚ ਜੇ, ਉਹਨਾਂ ਦੇ ਮਨ 'ਚ ਮਨਮੇਰ ਪੈ ਜੇ, ਆ ਜਾਣ। ਇੱਕ ਮੀਟਿੰਗ ਅਗਰ ਉਹ ਕਰ ਲੈਣ ਤੇ ਸਾਰੀ ਸਮੱਸਿਆ ਦਾ ਹੱਲ ਹੋ ਜਾਂਦਾ। ਮੀਟਿੰਗ ਤਾਂ ਭਾਈ ਸਾਹਿਬ ਪਹਿਲਾਂ ਵੀ ਹੋਈ, ਉਹ ਕਹਿੰਦੇ ਉਹ ਵੀ ਬੇਸਿੱਟਾ ਰਹੀ ਹੈ। ਪਹਿਲਾਂ ਮੀਟਿੰਗ ਹੋਈ ਹੈ, ਪਹਿਲਾਂ ਮੀਟਿੰਗ ਹੋਈ ਕੈਬਨਿਟ ਮੰਤਰੀ ਨਾਲ, ਸਾਨੂੰ ਯਕੀਨ ਹੀ ਨਹੀਂ ਕੈਬਨਿਟ ਮੰਤਰੀਆਂ ਨੇ, ਅਸੀਂ ਤਿਆਰ ਨਹੀਂ ਸੀ ਜਾਣ ਵਾਸਤੇ। ਉਹ ਤੇ ਅਸੀਂ ਪ੍ਰਸ਼ਾਸਨ ਦੀ ਇੱਜ਼ਤ ਰੱਖਣ ਕਰਕੇ ਉਹ ਕਹਿੰਦੇ ਸਾਡੀ ਖਾਤਰ ਇੱਕ ਵਾਰੀ ਚੱਲੋ। ਉਹ ਤੇ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਕੋਈ ਗੱਲ ਨਹੀਂ ਹੋਣੀ। ਅਸੀਂ ਚਾਹੁੰਦੇ ਹਾਂ ਸੀਐਮ ਸਾਹਿਬ ਇੱਥੇ ਨਾ ਆਉਣ, ਕਮ ਸੇ ਕਮ ਸਾਨੂੰ ਟਾਈਮ ਦੇ ਦੇਣ। ਸਾਡੀ ਕੋਰ ਕਮੇਟੀ ਬਣੀ ਆ, 6 ਮੈਂਬਰੀ ਕਮੇਟੀ ਬਣੀ ਆ, 6 ਬੰਦੇ ਜਾਣਗੇ, ਗੱਲ ਕਰਨਗੇ। ਅਗਰ ਕੋਈ ਗੱਲ ਸਿਰੇ ਚੜ੍ਹਦੀ ਹੈ ਤਾਂ ਧਰਨਾ ਅਸੀਂ ਸਵੇਰੇ ਚੁੱਕ ਦਿਆਂਗੇ। ਬਹੁਤੇ ਲੋਕ ਤਾਂ ਕਹਿੰਦੇ ਵੀ ਇਹ ਵਧੀਆ ਪ੍ਰੋਟੈਸਟ ਹੋ ਰਿਹਾ, ਵੀ ਆਪਣੀਆਂ ਮੰਗਾਂ ਵਾਸਤੇ ਹੈ ਨਾ ਮੁਜ਼ਾਹਰਾ ਕੀਤਾ ਜਾ ਰਿਹਾ ਸਰਕਾਰ ਖਿਲਾਫ। ਕਈ ਲੋਕ ਕਹਿੰਦੇ ਵੀ ਇਹਨਾਂ ਦੇ ਵਿੱਚੋਂ ਜਿੰਨੇ ਮੁਲਾਜ਼ਮ ਖੜੇ ਆ ਨਾ, ਅੱਧਿਆਂ ਨੇ ਤਾਂ ਡਰਦਿਆਂ ਨੇ ਚੱਲ ਜਾਣਾ, ਕਿਉਂਕਿ ਇੱਕ ਧਮਕੀ ਆ ਗਈ ਹੈ, ਕਿਸਮ ਦੀ ਧਮਕੀ ਕਹਿ ਸਕਦੇ ਆ ਜਾਂ ਇੱਕ ਵਾਰਨਿੰਗ ਕਹਿ ਸਕਦੇ ਵੀ ਵਾਰਨਿੰਗ ਆ ਗਈ ਆ, ਸਰਵਿਸ ਬਹਾਲ ਕਰੋ ਨਹੀਂ ਤਾਂ ਘਰਾਂ ਨੂੰ ਮਤਲਬ ਬਰਖਾਸਤ ਕੀਤਾ ਜਾਏਗਾ ਹੈ ਨਾ ਨੌਕਰੀ ਤੋਂ। ਉਹ ਵੀ ਡਰ ਇਹਨਾਂ ਦੇ ਮਨ ਦੇ ਵਿੱਚ ਹੁੰਦਾ ਹੋਊਗਾ। ਅੱਧੇ ਜਾਣਗੇ ਤੁਹਾਡੇ ਹਿਸਾਬ ਨਾਲ, ਜਾਣਗੇ ਜਾਂ ਨਹੀਂ ਜੀ? ਮੇਰੇ ਹਿਸਾਬ ਨਾਲ ਤਾਂ ਇੱਥੇ ਮਰਨ ਤੋਂ ਬਾਅਦ ਹੀ ਭਾਵੇਂ ਚੁੱਕ ਕੇ ਲੈ ਜਾਣ, ਉੱਦਾਂ ਨਹੀਂ ਜਾਂਦੇ, ਕਿਉਂਕਿ ਜੋ ਜਿੱਦਾਂ ਦੇ ਹਾਲਾਤ ਆ। ਤੁਸੀਂ ਇੱਥੇ ਇਕੱਲੇ ਬੰਦੇ ਦੀ ਇੰਟਰਵਿਊ ਲੈ ਲਓ, ਅਗਰ ਇੱਕ ਵੀ ਬੰਦਾ ਕਹੇਗਾ ਮੈਂ ਜਾਣਾ, ਅਸੀਂ ਧਰਨਾ ਚੱਕ ਦਿਆਂਗੇ। ਜਾਣਾ ਬਾਈ ਜੀ ਵਾਪਸ? ਨਹੀਂ ਜੀ ਵੀਰੇ ਨਾ, ਇੱਥੇ ਬੈਠੇ ਰਵਾਂਗੇ ਜਿੰਨੀ ਦੇਰ ਮਰਜ਼ੀ ਬਿਠਾ ਲਓ। ਬਾਕੀ ਹਾਲ ਹੋ ਜਾਣਾ। ਮਤਲਬ ਇਹ ਜਿੱਦ ਤੇ ਪੱਕੀ ਅੜੇ ਹੋਏ ਹੈ ਨਾ ਵੀ ਮੰਗਾਂ ਮੰਨਣੀਆਂ ਚਾਹੀਦੀਆਂ। ਪੂਰੀ ਜੀ ਪੂਰੀ ਇੱਕਦਮ ਸਾਰਿਆਂ ਇਕੱਠੇ ਹੋ ਕੇ ਸਹੁੰ ਖਾਧੀ ਆ, ਜੀਵਾਂਗੇ ਵੀ ਨਾਲ ਤੇ ਮਰਾਂਗੇ ਵੀ ਨਾਲ, ਕਿਉਂਕਿ ਜਿੰਨਾ ਚਿਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਕੀ ਹੈ, ਇੱਕ ਕੰਪਨੀ ਆ, ਕੰਪਨੀ ਨੂੰ ਬਾਹਰ ਕਰੋ, ਇਹਨੂੰ 108 ਨੂੰ ਆਪਣੇ ਸਰਕਾਰੀ, ਦੇਖੋ ਐਂਬੂਲੈਂਸਾਂ ਤੇ ਸਰਕਾਰੀ ਆ, ਸਰਕਾਰ ਦੀ ਪ੍ਰਾਪਰਟੀ ਆ, ਲੋਕਾਂ ਦੇ ਪੈਸੇ ਦੀ ਖਰੀਦੀ ਹੋਈ ਪ੍ਰਾਪਰਟੀ ਆ ਨਾ, ਇਹ ਕੋਈ ਉਹਨਾਂ ਦੀ ਕੰਪਨੀ ਦੀ ਨਿੱਜੀ ਪ੍ਰਾਪਰਟੀ ਤਾਂ ਹੈ ਨਹੀਂ। ਤੁਸੀਂ ਇੱਕ ਠੇਕੇ ਤੇ ਦਿੱਤੀਆਂ ਹੋਈਆਂ ਨਾ, ਉਹਨੂੰ ਠੇਕਾ ਕੈਂਸਲ ਕਰੋ। ਠੇਕੇ ਕਿਉਂ ਨਹੀਂ ਕੈਂਸਲ ਹੁੰਦੇ? ਤੇ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਣਾ। ਪ੍ਰੋਬਲਮ ਐਡੀ ਵੱਡੀ ਨਹੀਂ ਹੈਗੀ, ਪ੍ਰੋਬਲਮ ਛੋਟੀ ਜੀ। ਪਹਿਲਾਂ ਇਹ 10-12 ਸਾਲ ਤਾਂ ਨਹੀਂ ਹੱਲ ਹੋਈ ਕਿਉਂਕਿ ਜਿਹੜੇ ਕੈਬਨਿਟ ਮੰਤਰੀ ਸੀ ਜਾਂ ਲੀਡਰ ਸੀ ਉਹ ਭ੍ਰਿਸ਼ਟਾਚਾਰ ਸੀ। ਹੁਣ ਸਾਨੂੰ ਪੂਰੀ ਉਮੀਦ ਆ ਕਿ ਜਿਹੜੇ ਸੀਐਮ ਸਾਹਿਬ ਬੜੇ ਇਮਾਨਦਾਰ ਆ। ਚਲੋ ਕੈਬਨਿਟ ਮੰਤਰੀ ਤਾਂ ਅਸੀਂ ਨਹੀਂ ਕਹਿੰਦੇ, ਸੀਐਮ ਸਾਹਿਬ ਬਹੁਤ ਇਮਾਨਦਾਰ ਆ। ਅਗਰ ਸਾਡਾ ਸੁਨੇਹਾ ਸੀਐਮ ਸਾਹਿਬ ਤੱਕ ਪਹੁੰਚ ਜਾਂਦਾ ਤੇ ਸਾਨੂੰ ਉਮੀਦ ਆ ਕਿ ਉਹ ਸਾਨੂੰ ਜ਼ਰੂਰ ਬੁਲਾਉਣਗੇ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਸ਼ਹਿਨਾਜ਼ ਕੌਰ ਗਿੱਲ ਦੇ ਫਾਦਰ ਸਾਹਿਬ। ਤਾਂ ਸਿੱਧੇ ਤੌਰ ਤੇ ਇਹਨਾਂ ਨੇ ਇਹੀ ਮੰਗ ਰੱਖੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਕਰ ਇਹਨਾਂ ਦੀਆਂ ਮੰਗਾਂ ਸੁਣਨ ਵਾਸਤੇ ਆਉਂਦੇ ਨੇ ਜਾਂ ਉਹਨਾਂ ਵੱਲੋਂ ਕੋਈ ਮੀਟਿੰਗ ਰੱਖੀ ਜਾਂਦੀ ਹੈ ਤਾਂ ਇਹ ਮੁਜ਼ਾਹਰਾ ਉਠਾਇਆ ਜਾਏਗਾ ਜਾਂ ਤਾਂ ਇਹ ਪ੍ਰਦਰਸ਼ਨ ਚੁੱਕਿਆ ਜਾਏਗਾ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪੰਜਾਬ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਾਂ ਇਹਨਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡਾ ਐਕਸ਼ਨ ਕਰਨ ਜਾ ਰਹੇ ਨੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੈਸ਼ਨਲ ਹਾਈਵੇ ਜਾਮ ਕਰਨਗੇ। ਆਉਣ ਵਾਲੇ ਸਮੇਂ ਦੇਖਣਯੋਗ ਹੋਏਗਾ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਦੀ ਮੰਗਾਂ ਵੱਲ ਧਿਆਨ ਦਿੱਤਾ ਜਾਂਦਾ ਹੈ ਜਾਂ ਨਹੀਂ। ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਪੰਜਾਬੀ ਲੋਕ ਚੈਨਲ ਦੇ ਲਈ ਸਿਮਰਨਜੀਤ ਸਿੰਘ ਢਿੱਲੋਂ, ਲੁਧਿਆਣਾ।